ਹਾੜ ਦਾ ਮਹੀਨਾ ਹੈ ਉਹਦੇ ਤੋਂ ਉਪਦੇਸ਼ ਹੈ। ਅਤੇ ਇੱਥੇ ਵੀ ਆਪ ਜੀ ਨੇ ਚੇਤਾ ਰੱਖਣਾ ਹੈ, ਗੁਰੂ ਸਾਹਿਬ ਜੀ ਨੇ ਇਸ ਅੱਖਰ ਨੂੰ ਜਿਹੜਾ ਹੈ ਆਸਾੜ, ਆੜਾ ਕੰਨਾ ਵੀ ਅਤੇ ਸੱਸੇ ਨੂੰ ਵੀ ਕੰਨਾ ਲਿਖਿਆ ਹੋਇਆ ਹੈ। ਅਤੇ ਉਂਝ ਅਸੀਂ ਇਹਨੂੰ ਸਧਾਰਨ ਤੌਰ 'ਤੇ ਹਾੜ, ਹਾਹੇ ਕੰਨਾ ਅਤੇ ਡਾੜਾ ਇਸ ਤਰ੍ਹਾਂ ਬੋਲਦੇ, ਪੜ੍ਹਦੇ ਅਤੇ ਲਿਖਦੇ ਹਾਂ। ਪਰ ਬਾਣੀ ਵਿੱਚ ਜਿਹੜਾ ਹੈ ਇਸ ਨੂੰ ਇਹ ਅੱਖਰ, ਇਹ ਨਾਮ ਜਿਹੜਾ ਹੈ ਦਿੱਤਾ ਗਿਆ ਹੈ। ਤੋ ਗੁਰੂ ਸਾਹਿਬ ਆਖਦੇ ਨੇ ਵੀ ਜਿਵੇਂ ਆਸਾੜ ਦਾ ਮਹੀਨਾ, ਜੇਠ ਅਤੇ ਹਾੜ ਬਹੁਤੀ ਗਰਮੀ ਵਾਲੇ ਨੇ, ਅਤੇ ਇਹ ਬੜਾ ਤਪਸ਼ ਭਰਿਆ ਹੈ। ਸੂਰਜ ਦੀਆਂ ਤੇਜ਼ ਕਿਰਨਾਂ, ਰੌਸ਼ਨੀ ਜਿਹੜੀ ਹੈ ਉਹ ਸਾਨੂੰ ਜਿਹੜਾ ਹੈ ਸਾਡੇ ਸਰੀਰ ਨੂੰ ਤਪਾਉਂਦੀ ਹੈ, ਗਰਮੀ ਲੱਗਦੀ ਹੈ, ਪਸੀਨਾ ਆਉਂਦਾ। ਅਤੇ ਗੁਰੂ ਸਾਹਿਬ ਇੱਥੇ ਆਖਦੇ ਨੇ ਆਸਾੜ ਤਪੰਦਾ ਤਿਸ ਲੱਗੈ। ਆਸਾੜ, ਹਾੜ ਦਾ ਮਹੀਨਾ ਉਹਨਾਂ ਵਿਅਕਤੀਆਂ ਨੂੰ ਜ਼ਿਆਦਾ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ, ਲੱਗਦਾ ਹੈ। ਹਰ ਨਾਹ ਨ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਹਰੀ ਪ੍ਰਭੂ ਮਾਲਕ ਨਹੀਂ ਹੈ। ਤੋ ਪਰਮਾਤਮਾ ਕੀ ਹੈ? ਸ਼ੀਤਲਤਾ ਦੇਣ ਵਾਲਾ, ਠੰਡਕਤਾ ਦੇਣ ਵਾਲਾ। ਅਸੀਂ ਇਹ ਹਾੜ ਜਾਂ ਜੇਠ ਦੇ ਮਹੀਨੇ ਦੀ ਗਰਮੀ ਤੋਂ ਬਚਣ ਵਾਸਤੇ ਬੜੇ ਤਰ੍ਹਾਂ ਦੇ ਸਾਧਨ ਜੁਟਾਏ ਨੇ। ਅਸੀਂ ਜਿਹੜਾ ਹੈ ਉਹਦੇ ਵਾਸਤੇ ਯਤਨ ਵੀ ਬਥੇਰਾ ਕਰਦੇ ਹਾਂ। ਜਦੋਂ ਪੱਖੇ ਆਦਿਕ ਨਹੀਂ ਸਨ ਅਤੇ ਵੱਡੇ ਵੱਡੇ ਦਰੱਖਤਾਂ ਦੀਆਂ ਛਾਵਾਂ ਹੇਠ ਬੈਠ ਜਾਂਦੇ ਸਾਂ। ਫਿਰ ਹੌਲੀ ਹੌਲੀ ਅਸੀਂ ਦਰੱਖਤ ਵੱਢ ਦਿੱਤੇ ਨੇ, ਅਤੇ ਫਿਰ ਅਸੀਂ ਜਿਹੜਾ ਵੀ ਘਰਾਂ ਵਿੱਚ ਇਲੈਕਟ੍ਰੋਨਿਕ ਪੱਖੇ ਆਦਿਕ ਲਾ ਲਏ। ਉਹਦੇ ਨਾਲ ਵੀ ਗਰਮੀ ਜਿਹੜੀ ਹੈ ਨਹੀਂ ਸਾਨੂੰ ਘਟੀ। ਫਿਰ ਏਸੀਆਂ ਦਾ, ਕੂਲਰਾਂ ਦਾ ਪ੍ਰਬੰਧ ਹੋਇਆ ਹੈ। ਤਾਂ ਗੁਰੂ ਸਾਹਿਬ ਆਖਦੇ ਨੇ ਵੀ ਜਿੱਥੇ ਅਸੀਂ ਇਸ ਸਰੀਰ ਦੀ ਤਪਸ਼ ਜਿਹੜੀ ਹੈ ਉਹਨੂੰ ਘੱਟ ਕਰਨ ਵਾਸਤੇ ਅਤੇ ਆਪਣੇ ਸਰੀਰ ਨੂੰ ਠੰਡਾ ਰੱਖਣ ਵਾਸਤੇ ਬਾਹਰੀ ਤੌਰ 'ਤੇ ਪ੍ਰਬੰਧ ਕੀਤੇ ਨੇ, ਉਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ, ਈਰਖਾ ਦੇ, ਦਵੈਤ ਦੇ, ਵਿਕਾਰਾਂ ਦੇ ਕਿੰਨੇ ਹੀ ਸੂਰਜ ਜਿਹੜੇ ਨੇ ਉਹ ਤੇਜ਼ ਰੌਸ਼ਨੀ, ਤੇਜ਼ ਤਪਸ਼ ਜਿਹੜੀ ਹੈ ਸਾਡੇ ਸਰੀਰ ਦੇ ਅੰਦਰ ਦੇ ਰਹੇ ਹਨ। ਮਨ, ਹਿਰਦਾ ਜਿਹੜਾ ਹੈ ਉਹ ਸਾਡਾ ਸੜਦਾ ਜਾ ਰਿਹਾ ਹੈ। ਤਾਂ ਗੁਰੂ ਸਾਹਿਬ ਆਖਦੇ ਨੇ ਇਸ ਨੂੰ ਵੀ ਜਿਹੜਾ ਹੈ ਸ਼ੀਤਲ ਕਰਨਾ, ਠੰਡਾ ਕਰਨਾ, ਅਤੇ ਇਹਦਾ ਯਤਨ ਇਹ ਵੀ ਸਾਨੂੰ ਕਰਨਾ ਚਾਹੀਦਾ ਹੈ। ਤੋ ਹਜ਼ੂਰ ਇੱਥੇ ਆਖਦੇ ਨੇ ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨ ਜਿਨ੍ਹਾਂ ਪਾਸ। ਉਹਨਾਂ ਵਾਸਤੇ ਹਾੜ ਦਾ ਮਹੀਨਾ, ਭਾਵ ਮਨੁੱਖਾ ਜੀਵਨ ਦਾ ਸਾਰਾ ਸਮਾਂ ਬੜਾ ਹੀ ਤਪਦਾ ਹੋਇਆ ਉਹਨਾਂ ਨੂੰ ਲੱਗਦਾ ਹੈ, ਜਿਨ੍ਹਾਂ ਕੋਲ ਪ੍ਰਭੂ ਪਰਮਾਤਮਾ ਨਹੀਂ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਉਸ ਨੂੰ ਨਹੀਂ ਵਸਾਇਆ, ਜਿਨ੍ਹਾਂ ਨੇ ਅੰਦਰੋਂ ਪਛਾਣ ਨਹੀਂ ਕੀਤੀ। ਅਤੇ ਕੀਤਾ ਕੀ ਹੈ? ਸਗੋਂ ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜਗਤ ਨੂੰ ਜੀਵਨ ਦੇਣ ਵਾਲਾ, ਜਗਤ ਨੂੰ ਆਸਰਾ ਦੇਣ ਵਾਲਾ ਪੁਰਖ ਹਰ ਥਾਂ 'ਤੇ ਸਮਾਇਆ ਹੋਇਆ, ਉਸ ਨੂੰ ਤਿਆਗ ਦਿੱਤਾ ਹੈ। ਅਤੇ ਸਿਰਫ ਮਾਨਸ ਸੰਧੀ ਆਸ, ਅਤੇ ਮਨੁੱਖਾਂ ਦੀਆਂ ਆਸਾਂ ਬਣਾਈਆਂ ਹੋਈਆਂ ਹਨ। ਪਰ ਚੇਤਾ ਰੱਖਣਾ, ਗੁਰੂ ਅਰਜਨ ਸਾਹਿਬ ਜੀ ਨੇ ਹੀ ਸਾਨੂੰ ਇਹ ਗੱਲ ਸਮਝਾਈ ਹੈ। ਅੱਗੇ ਜਾ ਕਰਕੇ ਸੁਖਮਣੀ ਸਾਹਿਬ ਅੰਦਰ ਤੇ ਆਖਿਆ, ਮਾਨੋ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਉ ਏਕੈ ਭਗਵਾਨ। ਪਰ ਇਹਨੇ ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ, ਇਹ ਮਨੁੱਖਾਂ ਦੀਆਂ ਆਸਾਂ ਕਰੀ ਬੈਠਾ ਹੈ। ਤੋ ਇਵੇਂ ਕੀ ਹੁੰਦਾ ਫਿਰ? ਦੁਈਐ ਭਾਏ ਵੀ ਗੁੱਚੀਐ, ਗਲ ਪਈਸ ਜਮ ਕੀ ਫਾਸ। ਤੋ ਇਹਨੇ ਪ੍ਰਭੂ ਤੋਂ ਬਿਨਾਂ ਦੂਜਿਆਂ ਦਾ ਆਸਰਾ ਸਹਾਰਾ ਲਿਆ, ਅਤੇ ਜਿਸ ਸਹਾਰੇ ਵਿੱਚ ਪੈ ਕਰਕੇ ਵਿਗੁਚੀਐ, ਖੁਆਰ ਹੀ ਹੋਈਦਾ ਹੈ। ਅਤੇ ਹੋਰ ਕੀ ਹੁੰਦਾ ਹੈ? ਗਲ ਪਈਸ ਜਮ ਕੀ ਫਾਸ, ਜਮਾਂ ਦੀ ਫਾਹੀ ਵੀ ਗਲ ਵਿੱਚ ਪੈਂਦੀ ਹੈ। ਭਾਵ ਜੀਵਨ ਜਿਹੜਾ ਹੈ ਉਹ ਆਜ਼ਾਦੀ ਵਾਲਾ, ਸੁਤੰਤਰਤਾ ਵਾਲਾ ਇਹ ਨਹੀਂ ਬਣਦਾ, ਸਗੋਂ ਮਨੁੱਖ ਜਿਹੜਾ ਹੈ ਉਹ ਵਿਕਾਰਾਂ ਦਾ ਹੀ ਗੁਲਾਮ ਬਣਿਆ ਰਹਿੰਦਾ ਹੈ, ਵਾਸ਼ਨਾਵਾਂ ਦੇ ਅਧੀਨ ਹੀ ਜੀਵਨ ਲੰਘਾਈ ਜਾਂਦਾ ਹੈ। ਤਾਂ ਫਿਰ ਧਿਆਨ ਕਰ ਲੈਣਾ ਇਸ ਅੱਖਰ ਦਾ ਉਚਾਰਨ ਦੁਈਐ, ਦੱਦਾ ਔਂਕੜ, ਈੜੀ ਬਿਹਾਰੀ ਅਤੇ ਆੜਾ ਦੁਲਾਂ, ਇਹ ਇਸ ਦਾ ਉਚਾਰਨ ਰਹੇਗਾ। ਇਹ ਆਪ ਜੀ ਨੇ ਧਿਆਨ ਵਿੱਚ ਕਰ ਲੈਣਾ ਹੈ। ਫਿਰ ਅੱਗੇ ਹੈ ਜੀ
ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਸੱਚ ਇਹ ਹੈ, ਕੁਦਰਤ ਦਾ, ਇਸ ਧਰਤੀ ਦਾ, ਪ੍ਰਭੂ ਦੇ ਘਰ ਦਾ ਨਿਯਮ ਇਹ ਹੈ ਵੀ ਮਨੁੱਖ ਜਿਹੋ ਜਿਹਾ ਧਰਤੀ ਅੰਦਰ ਬੀਜ ਬੀਜਦਾ ਹੈ, ਉਹੋ ਜਿਹਾ ਹੀ ਉਸ ਨੂੰ ਫਸਲ ਫਲ ਵੱਢਣਾ ਪੈਂਦਾ, ਪ੍ਰਾਪਤ ਹੁੰਦਾ ਹੈ। ਜੇਹਾ ਬੀਜੈ ਸੋ ਲੁਣੈ, ਫਿਰ ਅੱਗੇ ਹੈ ਮੱਥੈ ਜੋ ਲਿਖਿਆਸ। ਆਖਣ ਤੋਂ ਭਾਵ ਜੋ ਇਸ ਨੇ ਕਰਮ ਕੀਤੇ ਨੇ, ਉਹਨਾਂ ਕਰਮਾਂ ਦਾ ਹੀ ਨਤੀਜਾ ਜਿਹੜਾ ਹੈ ਇਹਨੂੰ ਜੀਵਨ ਵਿੱਚ ਅੱਗੇ ਆਉਂਦਾ ਰਹਿੰਦਾ ਹੈ, ਉਹੀ ਫਲ ਇਸ ਨੂੰ ਪ੍ਰਾਪਤ ਹੁੰਦਾ ਹੈ। ਰੈਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ਼। ਤੋ ਜਦੋਂ ਇਸ ਨੇ ਇਹ ਯਤਨ ਨਹੀਂ ਕੀਤਾ ਵੀ ਅੰਦਰ ਦੀ ਤਪਸ਼ ਗਰਮੀ ਨੂੰ ਦੂਰ ਕਰਨ ਵਾਸਤੇ ਪ੍ਰਭੂ ਮਾਲਕ ਨੂੰ ਹਿਰਦੇ ਵਿੱਚ ਵਸਾਵਾਂ, ਜਦੋਂ ਇਸ ਨੇ ਅਜੇ ਆਸ ਹੀ ਮਾਨਸ ਸੰਧੀ ਰੱਖੀ ਹੈ, ਤੇ ਉਦੋਂ ਜੀਵਨ ਰੂਪੀ ਇਹਦੀ ਰਾਤ ਉਹ ਬਤੀਤ ਹੋ ਜਾਂਦੀ ਹੈ ਪਛਤਾਣੀ, ਪਛਤਾਵਿਆਂ ਵਿੱਚ ਹੀ ਬਤੀਤ ਹੁੰਦੀ ਹੈ। ਤੇ ਫਿਰ ਉੱਠ ਚਲੀ ਗਈ ਨਿਰਾਸ਼, ਨਿਰਾਸ਼ ਹੋ ਕਰਕੇ ਜਗਤ ਤੋਂ ਅੱਗੇ ਤੁਰ ਪੈਂਦੀ ਹੈ। ਜਿਨ ਕਉ ਸਾਧੂ ਭੇਟੀਐ, ਸੋ ਦਰਗਹ ਹੋਏ ਖਲਾਸ। ਪਰ ਜਿਨ੍ਹਾਂ ਨੂੰ ਗੁਰੂ ਮਿਲਦਾ ਹੈ, ਸਾਧੂ ਗੁਰੂ ਮਿਲਦਾ ਹੈ ਜਿਨ੍ਹਾਂ ਨੂੰ, ਸੋ ਦਰਗਾਹ ਹੋਏ ਖਲਾਸ। ਰੱਬ ਦੀ ਹਜ਼ੂਰੀ ਵਿੱਚ ਦਰਗਾਹ, ਚੇਤਾ ਰੱਖ ਲੈਣਾ ਇਸ ਨੂੰ ਵੀ। ਵੇਖੋ ਚਾਰੇ ਅੱਖਰ ਹੀ ਇਹ ਮੁਕਤਾ ਨੇ, ਦੱਦਾ ਦਾਦਾ ਗੱਗਾ ਹਾਹਾ, ਚਾਰੇ ਹੀ ਮੁਕਤਾ ਅੱਖਰ ਨੇ। ਤੋ ਇਹਨੂੰ ਦਰਗਾਹ ਨਹੀਂ ਪੜ੍ਹਿਆ ਜਾ ਸਕਦਾ, ਹਾਹਾ ਮੁਕਤਾ ਰੂਪ ਵਿੱਚ ਦਰਗਾਹ, ਇਹ ਉਚਾਰਨ ਹੀ ਇਸ ਦਾ ਪਰਪੱਕ ਕਰਨਾ ਹੈ। ਤੋ ਜਿਨ ਕਉ ਸਾਧੂ ਭੇਟੀਐ, ਸੋ ਦਰਗਾਹ ਹੋਏ ਖਲਾਸ। ਉਹ ਰੱਬ ਦੀ ਪਰਮਾਤਮਾ ਦੀ ਹਜ਼ੂਰੀ ਵਿੱਚ ਜਿਹੜੇ ਨੇ, ਖਲਾਸ ਦਾ ਅਰਥ ਹੈ ਇੱਥੇ ਆਦਰ ਮਿਲਦਾ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਤੂੰ ਪ੍ਰਭੂ ਤਾਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੇਰੀ ਬੇਨਤੀ ਹੈ ਮੇਰੇ ਉੱਤੇ ਕਿਰਪਾ ਕਰ, ਮਿਹਰ ਕਰ, ਤਾਂ ਕਿ ਤੇਰੇ ਦਰਸ਼ਨਾਂ ਦੀ ਤਾਂਘ ਮੇਰੇ ਅੰਦਰ ਬਣੀ ਰਵੇ। ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਪਿਆਸ ਬਣੀ ਰਹੇ। ਕਿਉਂਕਿ ਜਦੋਂ ਤੇਰਾ ਦਰਸ਼ਨ ਦੀਦਾਰ ਕਰਦਾ ਹਾਂ ਤੇ ਮੇਰਾ ਤਨ ਮਨ ਹਿਰਦਾ ਨਿਹਾਲ ਹੋ ਜਾਂਦਾ ਹੈ। ਬਾਣੀ ਆਖਦੀ ਹੈ ਗੁਰ ਪਰਮੇਸ਼ਰ ਏਕੋ ਜਾਣ, ਇਸ ਕਰਕੇ ਬਾਣੀ ਵਿੱਚ ਹਜ਼ੂਰ ਆਖਦੇ ਨੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਤੋ ਗੁਰੂ ਦਾ ਦਰਸ਼ਨ ਦੀਦਾਰ ਕੀਤਿਆਂ ਤਨ ਮਨ ਨਿਹਾਲ ਹੁੰਦਾ ਹੈ, ਭਾਵ ਅੰਦਰੂਨੀ ਤੌਰ 'ਤੇ ਵਿਅਕਤੀ ਜਿਹੜਾ ਹੈ ਉਹ ਗੁਰੂ ਦੇ ਆਸਰੇ ਬਲਵਾਨ ਹੋ ਜਾਂਦਾ ਹੈ। ਤੋ ਹਜ਼ੂਰ ਅਖੀਰ ਵਿੱਚ ਆਖਦੇ ਨੇ ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਹਾਂਜੀ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਤੋ ਗੁਰੂ ਸਾਹਿਬ ਫਿਰ ਆਖਦੇ ਨੇ ਤੋ ਤਾਂ ਕਰਕੇ ਮੈਨੂੰ ਹੁਣ ਇਸ ਗੱਲ ਦੀ ਸਮਝ ਪਈ ਹੈ ਕਿ ਜਿਨ੍ਹਾਂ ਨੇ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਇਹ ਕੀਤਾ ਹੋਇਆ, ਤੋ ਉਹਨਾਂ ਦਾ ਹਾਲ ਇਹ ਹੈ ਵੀ ਉਹ ਦੁਈਐ ਭਾਈ ਵਗੂਚੀਐ, ਗਲ ਪਈ ਜਮ ਕੀ ਫਾਸ। ਤੋ ਮੈਨੂੰ ਇਸ ਗੱਲ ਦੀ ਸਮਝ ਆ ਗਈ ਹੈ, ਤਾਂ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਤੇਰੇ ਤੋਂ ਬਿਨਾਂ ਦੂਜਾ ਕੋਈ ਮੇਰਾ ਆਸਰਾ ਸਹਾਰਾ ਨਹੀਂ ਹੈ। ਨਾਨਕ ਕੀ ਅਰਦਾਸ, ਅਤੇ ਇਸ ਨਾਨਕ ਦੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਵੀ ਆਪਣੀ ਮਿਹਰ ਕਰ ਅਤੇ ਤੇਰੇ ਦਰਸ਼ਨ ਜਿਹੜੇ ਨੇ ਮੈਨੂੰ ਹੁੰਦੇ ਰਹਿਣ। ਤੋ ਫਿਰ ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਤੋ ਜਿਹਦੇ ਮਨ ਵਿੱਚ ਨਨਾ ਸਿਆਰੀ ਹੈ, ਮਨ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ, ਪ੍ਰਭੂ ਦੀ ਸਿੱਖਿਆ ਸਿਧਾਂਤ ਸ਼ਬਦ ਵਿਚਾਰ ਜਿਨ੍ਹਾਂ ਦੇ ਅੰਦਰ ਟਿਕ ਜਾਵੇ, ਉਹਨਾਂ ਵਾਸਤੇ ਇਹ ਮਨੁੱਖਾ ਜੀਵਨ ਦਾ ਸਾਰਾ ਮਹੀਨਾ ਹੀ ਸੁਹੰਦਾ ਸੁਹਾਵਣਾ ਜਾਪਦਾ ਹੈ। ਦੁੱਖ ਕਲੇਸ਼ ਦਰਦ ਉਹਨਾਂ ਦੇ ਜੀਵਨ ਦੇ ਖਤਮ ਹੋ ਜਾਂਦੇ ਹਨ। ਤੋ ਇਸ ਸ਼ਬਦ ਅੰਦਰ ਗੁਰੂ ਅਰਜਨ ਸਾਹਿਬ ਜੀ ਨੇ ਜੋ ਵਧੇਰੇ ਤੌਰ 'ਤੇ ਗੱਲ ਸਮਝਾ ਦਿੱਤੀ ਹੈ, ਪਹਿਲੀ ਅਤੇ ਅਖੀਰ ਪੰਕਤੀ ਨੂੰ ਧਿਆਨ ਦੇ ਕੇ ਜਿਹੜਾ ਹੈ ਚੇਤੇ ਰੱਖ ਲੈਣਾ ਹੈ। ਗੁਰੂ ਸਾਹਿਬ ਆਖਦੇ ਹਨ ਆਸਾੜ ਤਪੰਦਾ ਤਿਸ ਲੱਗੈ, ਤਪਦਾ ਹੋਇਆ ਉਹਨੂੰ ਲੱਗਦਾ ਹਰ ਨਾਹ ਨਾ ਜਿੰਨਾ ਪਾਸ। ਤੋ ਅਖੀਰ ਵਿੱਚ ਆਖਿਆ ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਤੋ ਅਸੀਂ ਮਨ ਵਿੱਚ ਇਹ ਹਰੀ ਦੇ ਚਰਨਾਂ ਨੂੰ, ਭਾਵ ਬਾਣੀ ਨੂੰ, ਸ਼ਬਦ ਨੂੰ, ਸਿੱਖਿਆ ਨੂੰ ਅੰਦਰ ਟਿਕਾ ਲਈਏ। ਕੇਵਲ ਕੱਲਾ ਜ਼ੁਬਾਨ ਤੱਕ ਜਾਂ ਸਿਰਫ ਕੱਲਾ ਕੰਨਾਂ ਤੱਕ ਨਾ ਰਹਿ ਜਾਵੇ, ਸਗੋਂ ਇਸ ਨੂੰ ਆਪਣੇ ਹਿਰਦੇ ਅੰਦਰ ਵੀ ਵਸਾਈਏ, ਜਿਹਦੇ ਬਾਰੇ ਅਸੀਂ ਕੁਝ ਦਿਨ ਪਹਿਲਾਂ ਹੀ ਪੜ੍ਹਿਆ ਸੀ
ਕਿ ਸਤਿਗੁਰੂ ਆਖਦੇ ਨੇ, ਹਉ ਵਾਰੀ ਜਿਉ ਵਾਰੀ ਪੜ੍ਹ ਬੁੱਝ ਮਨ ਵਸਾਵਣਿਆ। ਮੈਂ ਉਹਨਾਂ ਤੋਂ ਸਦਕੇ ਹਾਂ, ਕੁਰਬਾਨ ਹਾਂ, ਬਲਿਹਾਰ ਹਾਂ, ਜਿਹੜੇ ਬਾਣੀ ਦੇ ਸਿਧਾਂਤ ਨੂੰ ਆਪਣੇ ਅੰਦਰ ਵਸਾਉਂਦੇ ਨੇ, ਜੀਵਨ ਵਿੱਚ ਲਾਗੂ ਕਰਦੇ ਹਨ।